Hello students, today we are going to start our next topic that is leadership. ਹੁਣ ਦੇਖੋ ਆਪਣੇ ਕੋਲ ਲੀਡਰਸ਼ਿਪ ਕੀ ਹੈ, ਇੱਕ ਐਵੇਂ ਦੀ ਅਬਿਲਿਟੀ ਹੈ ਕੰਮ ਕਰਨ ਦੀ, ਮਤਲਬ ਇੱਕ ਐਵੇਂ ਦਾ ਬਿਹੇਵੀਅਰ, ਇੱਕ ਐਵੇਂ ਦੀ ਪਰਫੋਰਮੈਂਸ ਜੋ ਆਪਾਂ ਦੂਸਰਿਆਂ ਤੋਂ ਕੰਮ ਕਰਵਾਉਂਦੇ ਹੈ, ਉਹ ਵੀ ਪੂਰੇ ਆਬਜੈਕਟਿਵ ਐਂਥੂਸਟੇਟਲੀ ਮਤਲਬ ਇਹਦਾ ਮਤਲਬ ਹੁੰਦਾ ਵਾ ਉਤਸ਼ਾਹ ਦੇ ਨਾਲ ਆਪਾਂ ਕੰਮ ਨੂੰ ਕਰਵਾਉਣਾ। ਇੱਕ ਇਹਦਾ ਐਲੀਮੈਂਟ ਆਪਣੇ ਕੋਲ ਡਾਇਰੈਕਸ਼ਨ ਦਾ। ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ ਡਾਇਰੈਕਸ਼ਨ ਕੀ ਹੁੰਦਾ, ਆਪਾਂ ਗਾਈਡੈਂਸ ਦੇਣਾ। ਉਹਦੇ ਵਿੱਚ ਆਪਣੇ ਕੋਲ ਕਿਹੜੇ ਫੰਕਸ਼ਨਸ ਮਤਲਬ ਮੇਨ ਐਲੀਮੈਂਟਸ ਆਉਂਦੇ ਆ, ਲੀਡਰਸ਼ਿਪ, ਸੁਪਰਵਿਜ਼ਨ, ਕਮਿਊਨੀਕੇਸ਼ਨ, ਮੋਟੀਵੇਸ਼ਨ। ਹੁਣ ਆਪਾਂ ਮੋਟੀਵੇਸ਼ਨ ਵੀ ਕਰ ਲਿਆ ਔਰ ਸੁਪਰਵਿਜ਼ਨ ਵੀ। ਦੈਨ ਹੁਣ ਆਪਣੇ ਕੋਲ ਥਰਡ ਕੀ ਹੈ, ਲੀਡਰਸ਼ਿਪ। ਤਾਂ ਲੀਡਰਸ਼ਿਪ ਆਪਣੇ ਕੋਲ ਕੀ ਹੈ, ਦ ਪਰਸਨ whose behavior is influenced are known as followers। ਜੋ ਦੂਸਰਿਆਂ ਤੋਂ ਆਪਣੇ ਕੋਲ ਉਤਸ਼ਾਹਿਤ ਹੁੰਦਾ ਉਹਨੂੰ ਆਪਾਂ ਫੋਲੋਅਰਸ ਬੋਲ ਦਿੰਦੇ ਹਾਂ। ਇੱਕ ਲੀਡਰ ਕੀ ਹੈ, ਅਪਰੇਜ਼ ਦਾ ਫੋਲੋਅਰ ਰਿਗਾਰਡਿੰਗ ਦਾ ਗੋਲ ਆਫ ਦਾ ਆਰਗੇਨਾਈਜੇਸ਼ਨ। ਇੱਕ ਲੀਡਰ ਹਮੇਸ਼ਾ ਗੋਲ ਬਾਰੇ ਸੋਚਦਾ ਵਾ ਅਤੇ ਦੱਸਦਾ ਵਾ ਕਿ ਕਿਸ ਤਰੀਕੇ ਆਪਾਂ ਉਹਨਾਂ ਨੂੰ ਕਰਨਾ, ਐਂਡ ਗਾਈਡ ਦੈਮ ਟੂ ਅਚੀਵ ਪ੍ਰੀ ਸੈਟ ਆਬਜੈਕਟਿਵ। ਪ੍ਰੀ ਸੈਟ ਹੁੰਦਾ ਜੋ ਪਹਿਲਾਂ ਤੋਂ ਹੀ ਡਿਸਾਈਡ ਕੀਤੇ ਹੋਏ ਨੇ, ਉਹ ਦੱਸਦਾ ਵਾ, ਜਿਹਦੇ ਵਿੱਚ ਕੀ ਹੈ, ਹੀ ਇਨਫਲੂਐਂਸ ਦਾ ਫੋਲੋਇੰਗ ਸੱਚ ਅ ਮੈਨਰ ਬੋਥ ਆਰਗੇਨਾਈਜੇਸ਼ਨ ਐਂਡ ਇੰਡੀਵਿਜੂਅਲ ਗੈਟ ਸੈਟਿਸਫੈਕਸ਼ਨ। ਦੋਨੋਂ ਤਰੀਕਿਆਂ ਨਾਲ, ਤਾਂ ਕਿ ਆਰਗੇਨਾਈਜੇਸ਼ਨ ਨੂੰ ਵੀ ਹੋਵੇ ਅਤੇ ਇੰਡੀਵਿਜੂਅਲ ਨੂੰ ਵੀ ਹੋਵੇ। ਤਾਂ ਫਸਟਲੀ ਹੁਣ ਆਪਣੇ ਕੋਲ ਡੈਫੀਨੇਸ਼ਨਸ ਹੈ, ਕੋਈ ਵੀ ਆਪਾਂ ਇੱਕ ਕਰ ਸਕਦੇ ਹਾਂ। ਲੀਡਰਸ਼ਿਪ ਇੱਕ ਐਵੇਂ ਦੀ ਅਬਿਲਿਟੀ ਹੈ ਆਫ ਸੁਪੀਰੀਅਰ ਟੂ ਇੰਟਿਊਜ਼ ਸਬੋਰਡੀਨੇਟ ਟੂ ਵਰਕ ਵਿਦ ਕੌਨਫੀਡੈਂਸ ਐਂਡ ਜੀਲ। ਮਤਲਬ ਪੂਰੇ ਉਤਸ਼ਾਹ ਨਾਲ, ਪੂਰੇ ਇਨਕਰੇਜ ਵੇ ਨਾਲ ਉਹ ਕੰਮ ਨੂੰ ਕਰ ਸਕਣ। ਇਸ ਤਰੀਕੇ ਦੀ ਲੀਡਰਸ਼ਿਪ ਇੱਕ ਐਵੇਂ ਦੀ ਅਬਿਲਿਟੀ ਹੈ, ਸੁਪੀਰੀਅਰਸ ਤੋਂ ਲੈ ਕੇ ਸਬੋਰਡੀਨੇਟ ਦੇ ਵਿੱਚ ਆਪਾਂ ਵਰਕ ਦੀ ਇੱਕ ਐਵੇਂ ਦੀ ਟੀਮ ਲੈ ਕੇ ਆਉਣੀ। ਜਾਂ ਫਿਰ ਲੀਡਰਸ਼ਿਪ ਇੱਕ ਐਵੇਂ ਦੀ ਅਬਿਲਿਟੀ ਹੈ ਜਿਹੜੀ ਆਪਾਂ ਨੂੰ ਸਿਕਿਉਰ ਕਰਦੀ ਹੈ ਆਪਣੇ ਡਿਜ਼ਾਇਰੇਬਲ ਐਕਸ਼ਨ ਫਰੋਮ ਅ ਗਰੁੱਪ ਆਫ ਫੋਲੋਅਰਸ, ਆਪਦੀ ਮਰਜ਼ੀ ਨਾਲ ਕਰ ਸਕਣ, ਵਿਦਾਊਟ ਦਾ ਯੂਜ਼ ਆਫ ਕੋਸ਼ਨ। ਮਤਲਬ ਉਹਨਾਂ ਨਾਲ ਆਪਾਂ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਗੀ। ਕੋਸ਼ਨ ਹੁੰਦਾ ਵੀ ਬਿਨਾਂ ਕਿਸੇ ਰੁਕਾਵਟ ਤੋਂ ਉਸ ਤਰੀਕੇ ਨੂੰ ਆਪਣੇ ਆਪ ਕੰਮ ਨੂੰ ਕਰ ਸਕਣ। ਜਾਂ ਫਿਰ ਆਪਾਂ ਨਟਸ਼ੈਲ ਦੇ ਅਕੋਰਡਿੰਗ ਬੋਲ ਸਕਦੇ ਹਾਂ ਕਿ ਲੀਡਰਸ਼ਿਪ ਇੱਕ ਐਵੇਂ ਦਾ ਪ੍ਰੋਸੈਸ ਹੈ ਜੋ ਇਨਫਲੂਐਂਸਿੰਗ ਕਰਦਾ ਐਂਡ ਗਾਈਡਿੰਗ ਦਾ ਐਕਟੀਵਿਟੀਜ਼ ਆਫ ਇੰਡੀਵਿਜੂਅਲ, ਇਕੱਲੇ ਸਿੰਗਲ ਪਰਸਨ ਨੂੰ, ਔਰ ਗਰੁੱਪ ਫॉर ਅਚੀਵਿੰਗ ਦਾ ਗੋਲ ਆਫ ਐਨ ਆਰਗੇਨਾਈਜੇਸ਼ਨ ਇਨ ਅ ਗਿਵਨ ਸਿਚੁਏਸ਼ਨ। ਜਿਹੜੀ ਸਿਚੁਏਸ਼ਨ ਦਿੱਤੀ ਹੁੰਦੀ ਹੈ ਉਹਦੇ ਵਿੱਚ ਆਪਾਂ ਜਿਹੜੇ ਮੈਨਰਸ ਮਤਲਬ ਸਹੀ ਤਰੀਕੇ ਨਾਲ ਰਹਿ ਕੇ ਕੰਮ ਨੂੰ ਪੂਰਾ ਕਰਨਾ। ਤਾਂ ਫਸਟ ਆਪਣੇ ਕੋਲ ਕਰੈਕਟਰਿਸਟਿਕਸ ਹੈ ਲੀਡਰਸ਼ਿਪ ਦੀਆਂ। ਪਹਿਲਾਂ ਆਪਣੇ ਕੋਲ ਕੀ ਹੈ, ਇੰਟਰਪਰਸਨਲ ਰਿਲੇਸ਼ਨਸ਼ਿਪ। ਇੰਟਰਪਰਸਨਲ ਮਤਲਬ ਆਪਸ ਦੇ ਵਿੱਚ ਇਹ ਕਨੈਕਟ ਕਰਦੀ ਹੈ। The process of leadership is the outcome of interpersonal relationship। ਆਊਟਕਮ ਮਤਲਬ ਇੰਟਰਪਰਸਨਲ ਮਤਲਬ ਸੋਸ਼ਲ, ਇੱਕ ਦੂਜੇ ਨਾਲ ਆਪਣੇ ਕੋਲੇ ਕਰਦੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕਰ ਸਕਦੇ ਹਾਂ। ਇਟ ਇਜ਼ ਨਾਟ ਓਨਲੀ ਅ ਲੀਡਰ ਹੂ ਇਨਫਲੂਐਂਸ ਦਾ ਬਿਹੇਵੀਅਰ ਆਫ ਫੋਲੋਅਰ। ਇਕੱਲਾ ਉਹ ਕਹਿੰਦੇ ਆਪਣੇ ਕੋਲੇ ਬਿਹੇਵੀਅਰ ਹੀ ਨਹੀਂ ਹੁੰਦਾ ਫੋਲੋਅਰ ਨੂੰ ਇਨਫਲੂਐਂਸ ਕਰਨ ਦੇ ਲਈ, ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਉਹਨਾਂ ਦੀ ਗੱਲ ਮੰਨਦੇ ਹਾਂ ਜਾਂ ਸਾਰਾ ਕੁਛ ਉਹ ਦੇਖਣਾ ਹੁੰਦਾ। ਬਟ ਲੀਡਰ ਇਜ਼ ਸਮਟਾਈਮ ਇਨਫਲੂਐਂਸਡ ਬਾਈ ਦਾ ਕੋਮਨ ਵਿਸ਼ਿਜ਼ ਆਫ ਦਾ ਫੋਲੋਅਰ ਆਲਸੋ। ਜਿਹੜੀਆਂ ਉਹਨਾਂ ਦੀਆਂ ਸਾਂਝੀਆਂ ਵਿਸ਼ਿਜ਼ ਹੁੰਦੀਆਂ ਉਹ ਵੀ ਇਹਦੇ ਵਿੱਚ ਹੁੰਦੀਆਂ ਵਾ। ਦਸ ਦਾ ਇੰਟਰੈਕਸ਼ਨ ਬਿਟਵੀਨ ਅ ਲੀਡਰ, ਇੰਟਰੈਕਸ਼ਨ ਜੋ ਉਹਨਾਂ ਦੇ ਆਪਸ ਦੇ ਵਿੱਚ ਆਪਾਂ ਇੰਟਰੈਕਟ ਕਰਨਾ ਵਾ ਲੀਡਰ ਦੀ ਅਤੇ ਉਹਨਾਂ ਦੇ ਫੋਲੋਅਰਸ ਦੀ ਆਪਸ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਦੇਖੋ ਅਗਰ ਏ ਔਰ ਬੀ ਹੈ ਪਾਰਟੀ, ਏ ਔਰ ਬੀ ਆਪਸ 'ਚ ਕੋਈ ਡੀਲਿੰਗ ਹੀ ਨਹੀਂ ਕਰਨਗੇ, ਠੀਕ ਹੈ, ਆਪਸ 'ਚ ਫੇਸ ਟੂ ਫੇਸ, ਤਾਂ ਉਹ ਕਹਿੰਦੇ ਉਹਨਾਂ ਵਿੱਚ ਇੰਟਰੈਕਸ਼ਨ ਨਹੀਂ ਬਣਦੀ ਜਿਹੜੀ ਡੀਲਿੰਗ ਕਰਨੀ ਹੁੰਦੀ ਹੈ। ਇਸੇ ਕਰਕੇ ਉਹ ਕਹਿੰਦੇ ਲੀਡਰ ਦੇ ਵਿੱਚ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ, ਇੰਟਰਪਰਸਨਲ। ਦੈਨ ਆ ਫੋਲੋਅਰ। ਹੁਣ ਜੋ ਲੀਡਰ ਹੈ ਵਿਦਾਊਟ ਫੋਲੋਅਰ ਕੈਨ ਨਾਟ ਐਗਜ਼ਿਸਟ। ਜਿਹੜੇ ਫੋਲੋਅਰ ਤੋਂ ਬਿਨਾਂ ਆਪਣੇ ਐਗਜ਼ਿਸਟ ਹੀ ਨਹੀਂ ਕਰਦੇਗੇ, ਕਿਉਂਕਿ ਉਹ ਉਹਨਾਂ ਨੂੰ ਦੱਸਦੇ ਆ ਕਿਸ ਤਰੀਕੇ ਨਾਲ ਆਪਾਂ ਕਰਨਾ ਵਾ, ਡਿਕਟੇਟ ਕਰਦੇ ਆ ਕੰਮ ਨੂੰ ਕਰਨ ਦੇ ਲਈ। ਹੀ ਡਿਰਾਈਵ ਅਥੋਰਿਟੀ ਫਰੋਮ ਦਾ ਵਿਲਿੰਗ ਅਸੈਪਟੈਂਸ ਆਫ ਹਿਜ਼ ਡਿਕਟੇਟ ਬਾਈ ਫੋਲੋਅਰਸ ਦੇ ਦੁਆਰਾ ਡਿਕਟੇਟ ਕੀਤੀ ਜਾਂਦੀ ਹੈ। ਤਾਂ ਯੂਨਿਟੀ ਆਫ ਆਬਜੈਕਟਿਵ ਕੀ ਆ ਕਿ ਆਪਾਂ ਇਕੱਠੇ ਮਿਲ ਕੇ ਟਾਰਗੇਟਸ ਨੂੰ ਕੰਪਲੀਟ ਕਰਨਾ। ਜਿਹੜਾ ਯੂਨਿਟੀ ਆਫ ਆਬਜੈਕਟਿਵ ਦਾ ਆਬਜੈਕਟਿਵ ਆਫ ਲੀਡਰ ਐਂਡ ਹਿਜ਼ ਫੋਲੋਅਰ ਆਰ ਆਲਵੇਜ਼ ਕੋਮਨ। ਉਹਨਾਂ ਦੇ ਸਾਰਿਆਂ ਦੇ ਹਮੇਸ਼ਾ ਕੀ ਹੁੰਦੇ ਆ, ਕੋਮਨ ਹੁੰਦੇ ਆ। ਸੋ ਦੇ ਸਟਰਗਲ ਕੋਲੈਕਟਿਵਲੀ ਫੋਰ ਦੇਅਰ ਅਕੰਪਲਿਸ਼ਮੈਂਟ। ਜਿਹੜਾ ਉਹ ਸਟਰਗਲ ਕਰਦੇ, ਯੂਨਿਟੀ ਮਤਲਬ ਇਕੱਠੇ ਮਿਲ ਕੇ ਕਰਦੇ, ਕੋਲੈਕਟਿਵਲੀ ਕਰਦੇ ਹੈ, ਅਕੰਪਲਿਸ਼ ਹੁੰਦਾ ਪੂਰਾ ਕਰਨਾ। ਫਿਰ ਆਪਣੇ ਕੋਲ ਕੀ ਹੈ, ਕੰਟੀਨਿਊਸ ਪ੍ਰੋਸੈਸ ਹੈ ਆਰਗੇਨਾਈਜੇਸ਼ਨ ਦੇ ਵਿੱਚ, ਕਿਉਂਕਿ ਇੰਟਰੈਕਟ ਕਰਨ ਦੇ ਵਿੱਚ ਆਪਣੀ ਹੈਲਪ ਕਰਦੇ। ਇੰਟਰੈਕਟ ਮੀਨਸ ਡਾਇਰੈਕਟ ਆਪਾਂ ਉਹਨਾਂ ਨੂੰ ਜੋ ਵੀ ਬਿਹੇਵੀਅਰ ਤੋਂ। ਫਿਰ ਉਹਨਾਂ ਵਿੱਚ ਪਰਸਨਲ ਕੁਆਲਿਟੀਜ਼ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ, ਓਨੈਸਟੀ ਹੋਣੀ ਚਾਹੀਦੀ ਹੈ, ਇੰਟੈਲੀਜੈਂਸ,
ਇਮੈਜੀਨੇਸ਼ਨ ਦੂਰ ਦਾ ਸੋਚਣ ਦਾ, ਕਰੇਜ ਵਗੈਰਾ ਉਹਨਾਂ ਨੂੰ ਕਰਦੇ ਰਹਿਣਾ। ਫਿਰ ਸਿਚੁਏਸ਼ਨਲ, ਇਹ ਹਮੇਸ਼ਾ ਪਰਟੀਕੂਲਰ ਸਿਚੁਏਸ਼ਨ ਨਾਲ ਲਿੰਕ ਹੋਣੀ ਚਾਹੀਦੀ ਹੈ, ਫਿਰ ਹੀ ਲੀਡਰ ਉੱਥੇ ਹੋਣ ਦਾ ਫਾਇਦਾ। ਅਗਰ ਆਪਾਂ ਆਪ ਹੀ ਹੈਂਡਲ ਕਰਨੀ ਹੈ ਪ੍ਰੋਬਲਮ, ਫਿਰ ਲੀਡਰਸ਼ਿਪ ਦੀ ਤਾਂ ਕੋਈ ਮਤਲਬ ਹੈ ਹੀ ਨਹੀਂਗਾ ਉੱਥੇ ਕੋਈ ਲੋੜ। ਇਹਦੇ ਕਰਕੇ ਕਹਿੰਦੇ ਹਮੇਸ਼ਾ ਕਿਹਦੇ ਨਾਲ ਲਿੰਕ ਕਰਦੀ ਹੈ, ਆਪਣੀ ਸਿਚੁਏਸ਼ਨ ਦੇ ਨਾਲ। ਅ ਪਰਸਨ ਮੇ ਬੀ ਸਕਸੈਸਫੁਲ ਲੀਡਰ ਇਨ ਵਨ ਸਿਚੁਏਸ਼ਨ ਐਂਡ ਫੇਲੀਅਰ ਇਨ ਅਦਰ। ਕਹਿੰਦੇ ਕਈ ਵਾਰ ਕੀ ਹੁੰਦਾ, ਇੱਕ ਪਰਸਨ ਇੱਕ ਦੇ ਵਿੱਚ ਤਾਂ ਸਕਸੈਸ ਹੁੰਦਾ ਬਟ ਦੂਸਰੇ ਵਿੱਚ ਫੇਲੀਅਰ। ਇਨਫਲੂਐਂਸਿੰਗ ਦਾ ਬਿਹੇਵੀਅਰ, ਜਿਹੜਾ ਲੀਡਰਸ਼ਿਪ ਹੈ ਜ਼ਿਆਦਾ ਆਪਾਂ ਇਨਫਲੂਐਂਸ ਕਿੱਥੋਂ ਹੁੰਦੇ ਹਾਂ, ਬਿਹੇਵੀਅਰ ਤੋਂ। ਪਰਸਨ ਕੈਨ ਨਾਟ ਬੀ ਲੀਡਰ, ਕਦੋਂ ਨਹੀਂ ਬਣ ਸਕਦਾ, ਇਫ ਹੀ ਇਜ਼ ਨਾਟ ਕੈਪੇਬਲ ਆਫ ਇਨਫਲੂਐਂਸਿੰਗ ਦਾ ਬਿਹੇਵੀਅਰ ਆਫ ਅਦਰਸ। ਵੀ ਦੂਸਰਿਆਂ ਨੂੰ ਇਨਫਲੂਐਂਸ ਹੀ ਨਹੀਂ ਕਰ ਸਕਦਾ ਵੀ ਆਪਣੇ ਬਿਹੇਵੀਅਰ ਤੋਂ। ਹੁਣ ਦੇਖੋ ਆਪਣੇ ਕੋਲੇ ਮੈਨੇਜਮੈਂਟ ਕੀ ਹੈ ਐਂਡ ਲੀਡਰਸ਼ਿਪ ਕੀ ਹੈ। ਮੈਨੇਜਮੈਂਟ ਐਂਡ ਲੀਡਰਸ਼ਿਪ ਤਾਂ ਵੈਸੇ ਸੇਮ ਹੀ ਹੁੰਦੇ ਆ, ਬਟ ਆਰਗੇਨਾਈਜੇਸ਼ਨ ਦੇ ਵਿੱਚ ਆਪਣੇ ਕੋਲ ਸੇਮ ਨਹੀਂ ਹੁੰਦੇ, ਬਟ ਇਟ ਇਜ਼ ਨਾਟ ਸੋ, ਕਿਉਂਕਿ ਪਰਸਨ ਮੇ ਬੀ ਲੀਡਰ ਬਟ ਹੀ ਨਾਟ ਅ ਮੈਨੇਜਰ। ਠੀਕ ਹੈ, ਪਰਸਨ ਇੱਕ ਲੀਡਰ ਹੋ ਸਕਦਾ, ਉਹ ਮੈਨੇਜਰ ਨਹੀਂ ਹੋ ਸਕਦਾ। ਬਟ ਇੱਕ ਜਿਹੜਾ ਮੈਨੇਜਰ ਹੈ ਉਹ ਮੈਨੇਜਰ ਦੀ ਪੋਸਟ ਤਾਂ ਕਰਦਾ ਹੀ ਕਰਦਾ ਵਾ, ਨਾਲ ਦੀ ਨਾਲ ਉਹ ਲੀਡਰ ਵੀ ਬਣ ਸਕਦਾ। ਤਾਂ ਸੋ ਆਪਾਂ ਕੀ ਬੋਲ ਸਕਦੇ ਹਾਂ, ਆਲ ਮੈਨੇਜਰ ਆਰ ਲੀਡਰਸ। ਸਾਰੇ ਮੈਨੇਜਰ ਤਾਂ ਲੀਡਰ ਹੁੰਦੇ ਹੈ, ਬਟ ਜਿਹੜੇ ਸਾਰੇ ਲੀਡਰਸ ਹੈ ਇਹ ਮੈਨੇਜਰਸ ਆਪਣੇ ਬਿਲਕੁਲ ਵੀ ਨਹੀਂ ਹੁੰਦੇ ਗੇ। ਨੈਕਸਟ ਆਪਣੇ ਕੋਲ ਡਿਫਰੈਂਸ ਬਿਟਵੀਨ ਮੈਨੇਜਮੈਂਟ ਐਂਡ ਲੀਡਰਸ਼ਿਪ। ਹੁਣ ਦੇਖੋ ਮੈਨੇਜਮੈਂਟ ਐਗਜ਼ਿਸਟ ਕਿੱਥੇ ਕਰਦੀ ਹੈ, ਓਨਲੀ ਫਾਰਮਲੀ, ਮਤਲਬ ਜਿੱਥੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ, ਮੈਨੇਜਮੈਂਟ ਸਿਰਫ ਉੱਥੇ ਹੁੰਦੀ ਹੈ। ਬਟ ਲੀਡਰਸ਼ਿਪ ਦੋਨੋਂ ਜਗ੍ਹਾ 'ਤੇ ਹੁੰਦੀ ਹੈ, ਰੂਲਸ ਐਂਡ ਰੈਗੂਲੇਸ਼ਨ ਵਾਲੀ ਜਗ੍ਹਾ 'ਤੇ ਵੀ ਔਰ ਵਿਦਾਊਟ ਦਾ ਰੂਲਸ ਐਂਡ ਰੈਗੂਲੇਸ਼ਨਸ। ਮੀਨਸ ਔਰਗਨਾਈਜ਼ਡ ਵੀ ਹੈ ਔਰ ਅਨਔਰਗਨਾਈਜ਼ਡ ਵੀ। ਸਕੋਪ ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ, ਜਿਹੜੇ ਆਪਾਂ ਫੰਕਸ਼ਨਸ ਦੀ ਗੱਲ ਕਰਦੇ ਹਾਂ, ਪਲੈਨਿੰਗ, ਔਰਗਨਾਈਜ਼ਿੰਗ, ਤਾਂ ਇਹਦਾ ਫਿਰ ਸਕੋਪ ਕਿਹੜਾ ਹੋ ਗਿਆ ਆਪਣੇ ਕੋਲੇ, ਵਾਈਡਰ। ਅਤੇ ਇਹ ਆਪਣੇ ਕੋਲੇ ਕਿਹੜਾ ਸਕੋਪ ਹੈ, ਨੈਰੋ ਸਕੋਪ ਹੈ, ਬਿਕੋਜ਼ ਆਫ ਆਪਣੇ ਕੋਲ ਇਹਦੇ ਵਿੱਚ ਸਿਰਫ ਇਹ ਡਾਇਰੈਕਟਿੰਗ ਦਾ ਹੀ ਇੱਕ ਐਲੀਮੈਂਟ ਹੈ। ਅਥੋਰਿਟੀ ਇੰਦੀ ਇਹ ਮੈਨੇਜਰ ਡਿਰਾਈਵ ਅਥੋਰਿਟੀ ਫਰੋਮ ਹਿਜ਼ ਅਫੀਸ਼ੀਅਲੀ ਪੋਜੀਸ਼ਨ। ਠੀਕ ਹੈ, ਅਤੇ ਇਹ ਡਰਾਈਵ ਕਿੱਥੋਂ ਹੁੰਦੀ ਹੈ, ਫੋਲੋਵਰਸ ਤੋਂ। ਤਾਂ ਰਿਲੇਸ਼ਨਸ਼ਿਪ ਸੁਪੀਰੀਅਰ ਐਂਡ ਸਬੋਰਡੀਨੇਟ ਦੇ ਵਿੱਚ ਇੱਕ ਐਗਜ਼ਿਸਟ ਕਰਦਾ ਵਾ, ਬਟ ਜੋ ਰਿਲੇਸ਼ਨਸ਼ਿਪ ਹੈ ਲੀਡਰ ਐਂਡ ਫੋਲੋਵਰ ਦੇ ਵਿੱਚ। ਸਟਰਕਚਰ ਇਹ ਫਾਰਮਲ ਹੈ, ਵਿਦ ਇਨ ਆਰਗਨਾਈਜੇਸ਼ਨ ਇਹ ਦੋਨੋਂ ਹੀ ਹੁੰਦੇ ਆ, ਫਾਰਮਲ ਐਂਡ ਇਨਫਾਰਮਲ। ਫਸਟ ਐਂਡ ਜੋ ਆਪਣਾ ਲਾਸਟ ਪੁਆਇੰਟ ਹੈ ਦੋਨੋਂ ਸੇਮ ਹੈ। ਨੈਕਸਟ ਆਪਣੇ ਕੋਲ ਕੀ ਇੰਪੋਰਟੈਂਸ। ਫਸਟ ਆਪਾਂ ਉਹਨਾਂ ਨੂੰ ਕੀ ਕਰਨਾ ਵਾ, ਗਾਈਡੈਂਸ, ਗਾਈਡਿੰਗ ਪ੍ਰੋਵਾਈਡ ਕਰਨਾ ਉਹਨਾਂ ਨੂੰ, ਟਾਈਮ ਟੂ ਟਾਈਮ ਗਾਈਡੈਂਸ ਤਾਂ ਦੇਣੀ ਹੈ ਤਾਂ ਕਿ ਉਹ ਆਪਣੇ ਜਿਹੜੇ ਆਰਗਨਾਈਜੇਸ਼ਨ ਦੇ ਗੋਲ ਹੈ ਉਹ ਟਾਈਮ ਟੂ ਟਾਈਮ ਪੂਰੇ ਕਰ ਸਕਣ। ਗਾਈਡਿੰਗ ਐਂਡ ਇੰਸਪਾਇਰਿੰਗ ਦਾ ਸਬੋਰਡੀਨੇਟਸ, ਗਾਈਡ ਕਰਦੇ ਰਹਿਣਾ, ਲੀਡਰ ਗਾਈਡ ਦਾ ਸਬੋਰਡੀਨੇਟ ਟੂਵਰਡਸ ਦਾ ਅਚੀਵਮੈਂਟ ਆਫ ਆਰਗਨਾਈਜੇਸ਼ਨ ਗੋਲ ਐਂਡ ਇੰਸਪਾਇਰ ਦੈਮ ਫॉर ਬੈਟਰ ਪਰਫੋਰਮੈਂਸ। ਉਹਨਾਂ ਨੂੰ ਇੰਸਪਾਇਰ ਕਰਨਾ ਕਾਹਦੇ ਲਈ, ਵਧੀਆ ਪਰਫੋਰਮੈਂਸ ਦੇ ਲਈ। ਫਿਰ ਉਹਨਾਂ ਵਿੱਚ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਕਿ ਆਪਸ 'ਚ ਮਿਲ ਜੁਲ ਕੇ ਕੰਮ ਕਰਨ ਵਿਦਾਊਟ ਐਨੀ ਹੈਲਪ। ਮੋਟੀਵੇਟਸ, ਕਿ ਕਿਸੇ ਪਰਸਨ ਨੂੰ ਅਗਰ ਉਹ ਕੰਮ ਕਰ ਰਿਹਾ ਵਾ ਉਹਨੂੰ ਆਪਾਂ ਥੋੜ੍ਹੀ ਜਿਹੀ ਹਿੰਮਤ ਦੇਣੀ, ਮੋਟੀਵੇਟ ਕਰਨਾ ਕਿ ਯੈਸ ਯੂ ਕੈਨ ਡੂ ਇਟ। ਤਾਂ ਇਹਦੇ ਵਿੱਚ ਹੁਣ ਆਪਣੇ ਕੋਲ ਕੀ ਐਬਿਲਿਟੀ ਟੂ ਡੂ ਵਰਕ ਇਜ਼ ਇੰਪੋਰਟੈਂਟ। ਐਬਿਲਿਟੀ ਆਪਣੇ ਲਈ ਬਹੁਤ ਜ਼ਰੂਰੀ ਹੈ ਕੰਮ ਦੇ ਕਰਨ ਲਈ, ਬਟ ਵਿਲ ਟੂ ਡੂ ਵਰਕ ਇਜ਼ ਮੋਸਟ ਇੰਪੋਰਟੈਂਟ। ਬਟ ਉਹ ਕਹਿੰਦੇ ਆਪਣੀ ਮਰਜ਼ੀ ਦੇ ਨਾਲ ਉਹ ਕੰਮ ਕਰਨ, ਇਹ ਜ਼ਿਆਦਾ ਇੰਪੋਰਟੈਂਟ ਹੈ। ਐਜ਼ ਅ ਲੀਡਰ, ਅ ਮੈਨੇਜਰ ਪ੍ਰੋਵਾਈਡ ਫਾਈਨੈਂਸ਼ੀਅਲ ਐਂਡ ਨਾਨ ਫਾਈਨੈਂਸ਼ੀਅਲ ਇਨਸੈਂਟਿਵ, ਵੀ ਮੈਂ ਉਹ ਦੋਨੋਂ ਹੀ ਦਿੱਤੇ ਜਾਂਦੇ ਹੈ। ਫਾਈਨੈਂਸ਼ੀਅਲ ਹੁੰਦਾ ਕਿ ਮੋਨੇਟਰੀ ਫਾਰਮਸ ਜੋ ਆਪਾਂ ਫੀਲ ਕਰ ਮਤਲਬ ਜੋ ਆਪਾਂ ਦੇਖ ਸਕਦੇ ਹਾਂ ਸਰਵਿਸਿਜ਼। ਨਾਨ ਮੋਨੇਟਰੀ ਹੁੰਦਾ ਜੋ ਆਪਾਂ ਸਰਵਿਸਿਜ਼ ਨਹੀਂ ਦੇਖ ਸਕਦੇ ਗੇ, ਵਿਦਾਊਟ ਐਨੀ ਮਨੀ ਵਗੈਰਾ ਦੀ ਕੀਤਾ ਜਾਂਦਾ। ਠੀਕ ਹੈ, ਤਾਂ ਕਹਿੰਦੇ ਉਹਨਾਂ ਨੂੰ ਇਨਕਰੇਜ ਕੀਤਾ ਜਾਂਦਾ ਤਾਂ ਕਿ ਉਹਨਾਂ ਵਿੱਚ ਕੌਨਫੀਡੈਂਸ ਬੂਸਟ ਹੋ ਸਕੇ। ਫਿਰ ਆਪਟੀਮਮ ਯੂਜ਼ ਆਫ ਹਿਊਮਨ ਰਿਸੋਰਸ, ਕਿ ਆਪਾਂ ਉਹਨਾਂ ਦੀਆਂ ਜਿਹੜੀਆਂ ਲੀਡਰਸ਼ਿਪ ਕੁਆਲਿਟੀ ਆਫ ਮੈਨੇਜਰ ਆ ਮੋਸਟ ਇੰਪੋਰਟੈਂਟ ਹੁੰਦਾ ਵਾ ਉਹਨਾਂ ਨੂੰ ਆਪਾਂ ਕਰਨ ਦੇ ਲਈ, ਤਾਂ ਕਿ ਉਹ ਸਹੀ ਤਰੀਕੇ ਨਾਲ ਆਰਗਨਾਈਜੇਸ਼ਨ ਦੇ ਗੋਲਸ ਨੂੰ ਵਧੀਆ ਤਰੀਕੇ ਨਾਲ ਕਰ ਸਕਣ। ਜਿਹਦੇ ਵਿੱਚ ਕੀ ਆ, ਮੋਟੀਵੇਟਡ ਵਰਕਫੋਰਸ ਗਿਵ ਪ੍ਰੈਕਟੀਕਲ ਸ਼ੇਪ ਟੂ ਪਲੈਨਸ, ਪੋਲਿਸੀਜ਼ ਐਂਡ ਪ੍ਰੋਗਰਾਮ। ਫਿਰ ਆਪਣੇ ਕੋਲ ਕੰਗਨੀਅਲ ਐਟਮੋਸਫੇਅਰ ਟੂ ਮੈਕਸੀਮਮ ਕੰਟਰੀਬਿਊਸ਼ਨ। ਕੰਗਨੀਅਲ ਹੁੰਦਾ ਵਧੀਆ ਐਟਮੋਸਫੇਅਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਕੀ ਇਨਕਰੀਜ਼ ਕਰ ਸਕੀਏ, ਵਰਕਰਸ ਦੀ ਮਤਲਬ ਵਰਕਰਸ ਦੀ ਆਊਟਪੁੱਟ ਇਨਕਰੀਜ਼ ਕਰ ਸਕਦੇ ਹੈ ਇੱਕ ਅਗਰ ਵਧੀਆ ਮਾਹੌਲ ਹੋਊਗਾ। ਫਿਰ ਆਪਾਂ ਉਹਨਾਂ ਨੂੰ ਰਿਪ੍ਰਜੈਂਟ ਕਿੱਦਾਂ ਕਰਨਾ, ਮੈਨੇਜਰ ਹਮੇਸ਼ਾ ਰਿਪ੍ਰਜੈਂਟ ਕਰਦਾ ਵਾ, ਉਹ ਨੋਟਿਸ ਕੀ ਕਰਦਾ, ਹੀ ਬ੍ਰਿੰਗ ਟੂ ਦਾ ਨੋਟਿਸ ਆਫ ਦਾ ਟੋਪ ਮੈਨੇਜਮੈਂਟ ਦਾ ਗ੍ਰੀਵੈਂਸ ਐਂਡ ਕੰਪਲੇਂਟ ਆਫ ਵਰਕਰ ਐਜ਼ ਦੇਅਰ ਸਪੋਕਸ ਪਰਸਨ। ਜਿਹੜੀਆਂ ਵੀ ਹੁੰਦੀਆਂ ਉਹਨਾਂ ਨੂੰ ਕੀ ਕਰਦਾ, ਬਿਲਕੁਲ ਆਪਣੀਆਂ ਸੋਲਵ ਕਰਦਾ। ਫਿਰ ਇੱਕ ਗੁੱਡ ਲੀਡਰ ਦੇ ਵਿੱਚ ਕਿਹੜੀਆਂ ਕੁਆਲਿਟੀਜ਼ ਹੋਣੀਆਂ ਬਹੁਤ ਜ਼ਰੂਰੀ ਹੈ। ਫਸਟਲੀ ਦਾ ਫਿਜ਼ੀਕਲੀ ਫਿਟਨੈਸ। ਫਿਜ਼ੀਕਲੀ ਫਿਟਨੈਸ ਮੀਨਸ ਉਹਦੀ ਹਾਈਟ ਵਧੀਆ ਹੋਣੀ ਚਾਹੀਦੀ ਹੈ, ਵੇਟ
ਕੰਪਲੈਕਸ਼ਨ ਮਤਲਬ ਦੂਰੋਂ ਹੀ ਅਟਰੈਕਸ਼ਨ ਹੋਣੀ ਚਾਹੀਦੀ, ਅਟਰੈਕਟਿਵ ਹੋਣਾ ਚਾਹੀਦਾ ਜਿਹੜਾ ਲੀਡਰ ਹੈ। ਇਹ ਨਹੀਂ ਗਾ ਕਿ ਉਹਦਾ ਮਤਲਬ ਦੇਖਣ 'ਚ ਵੀ ਨਹੀਂ ਅਟਰੈਕਟ ਗਾ, ਪਲੱਸ ਉਹਦੀ ਹਾਈਟ ਵੇਟ ਜੋ ਵੀ ਉਹ ਸਾਰਾ ਬਿਲਕੁਲ ਸਹੀ ਨਹੀਂ ਗਾ। ਫਿਰ ਵਿਜ਼ਨ ਐਂਡ ਫੋਰਸਾਈਟ ਮਤਲਬ ਉਹ ਇਮੈਜੀਨੇਟਿਵ ਹੋਣਾ ਚਾਹੀਦਾ ਦੂਰ ਦਾ। ਫਿਊਚਰਿਸਟਿਕ ਆਪਾਂ ਕਹਿ ਸਕਦੇ ਹਾਂ ਕਿ ਫਿਊਚਰ ਕੋਰਸ ਆਫ ਐਕਸ਼ਨਸ ਨੂੰ ਇਵੈਂਟਸ ਨੂੰ ਕਰਨ ਦੀ ਉਹਦੇ ਕੋਲੇ ਪਾਵਰ ਹੋਣੀ ਚਾਹੀਦੀ ਹੈ। ਇੰਟੈਗ੍ਰਿਟੀ ਐਂਡ ਓਨੈਸਟੀ, ਇੰਟੈਗ੍ਰਿਟੀ ਹੁੰਦਾ ਜੁਆਇੰਟਲੀ ਆਪਾਂ ਕੰਮ ਨੂੰ ਕਰਨਾ ਅਤੇ ਪੂਰੇ ਇਮਾਨਦਾਰ ਨਾਲ। ਫਿਰ ਟੈਕਨੀਕਲੀ ਨੌਲੇਜ, ਨੋ-ਹਾਊ ਹੁੰਦਾ ਨੌਲੇਜ ਉਹਨੂੰ ਪ੍ਰੋਪਰ ਹੋਣੀ ਚਾਹੀਦੀ ਹੈ। ਮੋਟੀਵੇਟ ਕਰਦਾ ਰਹੇ ਦੂਸਰਿਆਂ ਨੂੰ ਤਾਂ ਕਿ ਗੋਲਸ ਆਪਣੇ ਜਿਹੜੇ ਈਜ਼ੀਲੀ ਅਚੀਵ ਹੋ ਸਕਣ। ਮੈਂਟਲ ਅਬਿਲਿਟੀਜ਼ ਉਹਨਾਂ ਦੀਆਂ ਵਧਾ ਸਕੇ। ਹੀ ਲੀਡਰ ਮਸਟ ਬੀ ਮੈਂਟਲੀ ਅਲਰਟ ਐਂਡ ਸਾਊਂਡ। ਹੀ ਮਸਟ ਬੀ ਸ਼ਾਰਪ ਇਨਫ ਟੂ ਅੰਡਰਸਟੈਂਡ ਦਾ ਪ੍ਰੋਬਲਮ ਟੂ ਰੀਸੋਲਵ ਇਟਸ ਇਮੀਡੀਏਟਲੀ ਉਹ ਸੋਲਵ ਕਰ ਸਕਣ। ਫਿਰ ਆਪਣੇ ਕੋਲ ਕੀ ਆ, ਅਬਿਲਿਟੀ ਟੂ ਕਮਿਊਨੀਕੇਟ, ਉਹਦੇ ਵਿੱਚ ਇੰਨੀ ਅਬਿਲਿਟੀ ਹੋਣੀ ਚਾਹੀਦੀ ਤਾਂ ਕਿ ਉਹ ਕਮਿਊਨੀਕੇਟ ਕਰ ਸਕੇ ਵਧੀਆ ਤਰੀਕਿਆਂ ਨਾਲ, ਕਿ ਅਗਰ ਉਹ ਜੋ ਆਈਡੀਆ ਜੋ ਗੈਸਚਰ ਜੋ ਕਿਸੇ ਨੂੰ ਦੱਸਣਾ ਚਾਹੁੰਦਾ ਪ੍ਰੋਪਰ ਵੇ ਦੇ ਵਿੱਚ ਦੱਸ ਸਕੇ। ਉਹ ਵੈਲ ਵਰਸਡ ਹੋਣਾ ਚਾਹੀਦਾ ਇਨ ਆਰਟ ਆਫ ਕਮਿਊਨੀਕੇਸ਼ਨ। ਹੀ ਸ਼ੁੱਡ ਕੈਪੈਸਿਟੀ ਟੂ ਪੁੱਟ ਹਿਜ਼ ਵਿਊ ਫੋਰਸਲੀ ਐਂਡ ਲੌਜਿਕਲੀ। ਸੈਲਫ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਵਿੱਚ, ਠੀਕ ਹੈ। ਅਗਰ ਸੈਲਫ ਆਪਣੇ ਦੇ ਵਿੱਚ ਉਹਦੇ ਕੌਨਫੀਡੈਂਸ ਨਹੀਂ ਹੈਗਾ, ਦੂਸਰਿਆਂ ਵਿੱਚ ਉਹ ਕਿਵੇਂ ਬੂਸਟ ਕਰੂਗਾ। ਤਾਂ ਫਸਟਲੀ ਉਹ ਲੀਡਰ ਉਹ ਕਹਿੰਦੇ ਕੌਨਫੀਡੈਂਟ, ਡਾਇਰੈਕਟ ਗਾਈਡੈਂਸ, ਇਨਫਲੂਐਂਸ ਬਿਹੇਵੀਅਰ ਕਰ ਸਕੇ ਦੂਸਰਿਆਂ ਨੂੰ। ਫਿਰ ਰੈਸ਼ਨਲ ਐਂਡ ਆਬਜੈਕਟਿਵ ਹੋਣਾ ਚਾਹੀਦਾ, ਸਹੀ ਤਰੀਕੇ ਨਾਲ ਡਿਸੀਜ਼ਨਸ ਲੈ ਸਕੇ ਜੋ ਲੈਣੇ ਹੁੰਦੇ ਆ। ਹਿਊਮਨ ਅਪਰੋਚ ਏ ਮਸਟ ਲੀਡਰ ਮਸਟ ਹੈਵ ਅ ਕੁਆਲਿਟੀ ਟੂ ਪ੍ਰੋਵਾਈਡ ਇਮੋਸ਼ਨਲ ਐਂਡ ਸਾਈਕੋਲੋਜੀਕਲ ਰਿਲੀਫ ਟੂ ਹਿਜ਼ ਫੋਲੋਅਰਸ, ਮਤਲਬ ਉਹ ਥੋੜ੍ਹਾ ਜਿਹਾ ਮੈਂਟਲੀ ਅਪਸੈਟ ਉਹਨਾਂ ਨੂੰ ਆਪਾਂ ਰਿਲੀਫ ਕਰ ਸਕੀਏ। ਹੁਣ ਆਪਣੇ ਕੋਲ ਡਿਫਰੈਂਟ ਸਟਾਈਲਸ ਕਿਹੜੇ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਸਟਾਈਲਸ ਆਫ ਲੀਡਰਸ਼ਿਪ, ਸਟਾਈਲ ਦੇ ਵਿੱਚ ਦੇਖੋ ਨਾ ਆਪਣੇ ਕੋਲ ਐਟੋਕ੍ਰੈਟਿਕ ਆ, ਲੇਜ਼ੀਜ਼ ਫਰੀ ਹੈ ਔਰ ਡੈਮੋਕ੍ਰੇਟਿਕ ਆ। ਜੋ ਆਪਣੇ ਕੋਲ ਆਟੋਕ੍ਰੈਟਿਕ ਹੁੰਦਾ ਵਾ ਇਹਦੇ ਵਿੱਚ ਸਿਰਫ ਔਰ ਸਿਰਫ ਜੋ ਇੱਕ ਲੀਡਰਸ਼ਿਪ ਦੇ ਆ ਉਹੀ ਡਿਸੀਜ਼ਨ ਲੈ ਸਕਦਾ ਦੂਸਰਿਆਂ ਦੇ ਬਿਨਾਂ ਪੁਆਇੰਟ ਆਫ ਵਿਊ, ਠੀਕ ਹੈ। ਇੱਕ ਮਿੰਟ ਮੈਂ ਤੁਹਾਨੂੰ ਡਾਇਗਰਾਮ ਦੱਸਦੀ ਹਾਂ, ਉਹਦੇ ਅਕੋਰਡਿੰਗ ਆਪਾਂ ਨੂੰ ਈਜ਼ੀ ਹੋ ਜੂ। ਇਹ ਡਾਇਗਰਾਮ ਹੈ ਸਟਾਈਲਸ ਆਫ ਲੀਡਰਸ਼ਿਪ। ਦੇਖੋ ਆਪਣੇ ਕੋਲ ਫਸਟ ਆਟੋਕ੍ਰੈਟਿਕ ਹੈ। ਆਟੋਕ੍ਰੈਟਿਕ ਕੀ ਹੈ, ਦੇਖੋ ਇੱਕ ਨੇ ਦੱਸਤਾ ਇਹਨਾਂ ਨੂੰ ਕੰਮ ਕਰਨ ਲਈ, ਡੂ ਦਿਸ, ਕੰਮ ਕਰੋ, ਠੀਕ ਹੈ। ਵੀ ਉਹ ਆਪਣੇ ਡਿਸੀਜ਼ਨਸ ਵਿੱਚ ਇਨਵੋਲਵ ਨਹੀਂ ਕਰ ਸਕਦੇ ਗੇ, ਜਿਵੇਂ ਬਸ ਉੱਪਰੋਂ ਆਰਡਰਸ ਆਏ ਉਸ ਤਰੀਕੇ ਨਾਲ। ਬਟ ਲੇਜ਼ੀਜ਼ ਫਰੀ ਕੀ ਫੇਅਰ ਕੀ ਹੁੰਦਾ ਵਾ ਕਿ ਦੋਨੋਂ ਤਰੀਕਿਆਂ ਨਾਲ, ਮਤਲਬ ਆਪਾਂ ਦੋ ਕਹਿ ਸਕਦੇ ਡੂ ਦਿਸ ਐਂਡ ਦੈਟ ਯੂ ਫੀਲ ਸੀ ਫਿਟ, ਮਤਲਬ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਆਪਣੇ ਮਤਲਬ ਫਸਟਲੀ ਤਾਂ ਇੱਕ ਮੈਨੇਜਰ ਦਿੰਦਾ ਵਾ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਡਿਸੀਜ਼ਨਸ ਦੇਣੇ ਚਾਹੀਦੇ ਆ ਤਾਂ ਆਪਾਂ ਦੇ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲੇ ਕੀ ਹੈ, ਡੈਮੋਕ੍ਰੈਟਿਕ ਕੀ ਹੈ, ਵਟ ਡੂ ਯੂ ਥਿੰਕ ਵੀ ਸ਼ੁੱਡ ਡੂ, ਮਤਲਬ ਜਿਸ ਤਰੀਕੇ ਨਾਲ ਡੈਮੋਕ੍ਰੈਟਿਕ ਹੁੰਦਾ ਕਿ ਇਹਦੇ ਵਿੱਚ ਮੇਨਲੀ ਪਬਲਿਕ ਦੀ ਅਥੋਰਿਟੀ ਮੀਨਸ ਜੋ ਪਰਸਨਸ ਹੈ ਉਹਨਾਂ ਦੀ ਅਥੋਰਿਟੀ ਮਤਲਬ ਸੁਣੀ ਜਾਂਦੀ ਹੈ ਕਿ ਆ ਪਰਸਨ ਨੇ ਕੰਮ ਦਿੱਤਾ, ਉਹਦੇ ਅਕੋਰਡਿੰਗ ਅਗਰ ਇਹਨਾਂ ਨੂੰ ਲੱਗਦਾ ਹੈ ਕਿ ਕੰਮ ਕਰਨਾ ਤਾਂ ਇਹ ਵੀ ਕਰ ਸਕਦੀ ਹੈ। ਤਾਂ ਫਸਟਲੀ ਹੁਣ ਆਪਣੇ ਕੋਲ ਆਟੋਕ੍ਰੈਟਿਕ ਲੀਡਰਸ਼ਿਪ ਕਿਹੜੀ ਹੈ ਕਿ ਸਿਰਫ ਡਿਸੀਜ਼ਨਸ ਲੀਡਰ ਦੁਆਰਾ ਲਿੱਤੇ ਜਾਂਦੇ ਨੇ, ਇਹਦੇ ਵਿੱਚ ਜੋ ਮੈਂਬਰਸ ਹੈ ਉਹ ਨਹੀਂ ਲੈਂਦੇ, ਲੀਡਰ ਲਊਗਾ ਵਿਦਾਊਟ ਕੰਸੀਡਰਿੰਗ ਦਾ ਵਿਊ ਪੁਆਇੰਟ ਆਫ ਅਦਰ ਮੈਂਬਰ, ਦੂਸਰੇ ਮੈਂਬਰਸ ਨੂੰ ਇਹਦੇ ਵਿੱਚ ਕੰਸੀਡਰ ਨਹੀਂ ਕੀਤਾ ਜਾਂਦਾ, ਬਸ ਸਿੰਪਲ ਡੂ ਦਿਸ, ਕਰੋ ਕੰਮ ਨੂੰ। The group member are not a part of decision making and they just have to follow the step, accomplish the target, ਸਿਰਫ ਟਾਰਗੇਟਸ ਉਹਨਾਂ ਨੇ ਪੂਰਾ ਕਰਨਾ ਵਾ, ਉਹਨਾਂ ਨੇ ਕੋਈ ਵੀ ਡਿਸੀਜ਼ਨ ਦੇ ਵਿੱਚ ਆਪਣਾ ਪਾਰਟੀਸਪੇਟ ਨਹੀਂ ਕਰਨਾ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਆਟੋਕ੍ਰੈਟਿਕ ਲੀਡਰਸ਼ਿਪ। ਨੈਕਸਟ ਆਪਣੇ ਕੋਲੇ ਕੀ ਹੈ, ਲੇਜ਼ੀਜ਼ ਫੇਅਰ ਲੀਡਰਸ਼ਿਪ। ਲੇਜ਼ੀਜ਼ ਫੇਅਰ ਇੱਕ ਫਰੈਂਚ ਵਰਡ ਤੋਂ ਲਿਆ ਗਿਆ ਜਿਹਦਾ ਮਤਲਬ ਹੁੰਦਾ ਲੈਟ ਦੈਮ ਡੂ, ਕਿ ਆਪਾਂ ਕਰਦੇ ਹਾਂ ਕੰਮ ਨੂੰ। ਸੋ ਇਨ ਦਿਸ ਟਾਈਪ ਆਫ ਲੀਡਰਸ਼ਿਪ ਮੈਂਬਰ ਆਰ ਅਲਾਉਡ ਟੂ ਟੇਕ ਦੇਅਰ ਓਨ ਡਿਸੀਜ਼ਨ, ਇਹਦੇ ਵਿੱਚ ਆਪਣੇ ਡਿਸੀਜ਼ਨਸ ਉਹ ਲੈ ਸਕਦੇ ਆ ਜਿਹਦੇ ਨਾਲ ਉਹ ਕਹਿੰਦੇ ਇੰਪਲੋਈਜ਼ ਦਾ ਮੋਰਲ ਇਨਕਰੀਜ਼ ਹੁੰਦਾ, ਬਟ ਸਮ ਟਾਈਮ ਮੇ ਲੀਡ ਟੂ ਐਨ ਇਨਐਪਰੋਪ੍ਰੀਏਟ ਰਿਜ਼ਲਟ, ਬਟ ਕਈ ਵਾਰ ਉਹ ਕਹਿੰਦੇ ਹਾਂ ਆਪਾਂ ਨੂੰ ਰਿਜ਼ਲਟ ਇਨਐਪਰੋਪ੍ਰੀਏਟ ਦੇਖਣ ਨੂੰ ਮਿਲਦੇ ਨੇ ਕਿ ਸਹੀ ਨਹੀਂ ਹੁੰਦੇ, ਬਟ ਫਿਰ ਵੀ ਉਹਨਾਂ ਨੂੰ ਡਿਸੀਜ਼ਨ ਤਾਂ ਲੈਣ ਦਾ ਇਹਦੇ ਵਿੱਚ ਰਾਈਟ ਹੈ ਨਾ। ਦਿਸ ਟਾਈਪ ਆਫ ਲੀਡਰਸ਼ਿਪ ਇਜ਼ ਮੋਸਟਲੀ ਸੀਨ ਹੋਮਸ, ਸਿਰਫ ਉਹ ਕਹਿੰਦੇ ਘਰ ਦੇ ਵਿੱਚ ਦੇਖੀ ਜਾਂਦੀ ਹੈ, ਕਿਉਂਕਿ ਵੇਅਰ ਚਿਲਡਰਨ ਆਰ ਅਲਾਉਡ ਟੂ ਟੇਕ ਦੇਅਰ ਓਨ ਡਿਸੀਜ਼ਨ, ਜਿੱਥੇ ਬੱਚੇ ਆਪਣੇ ਡਿਸੀਜ਼ਨਸ ਲੈ ਤਾਂ ਲੈਂਦੇ ਨੇ ਬਟ ਉਹ ਸਹੀ ਨਹੀਂ ਹੁੰਦੇ। ਹੁਣ ਆਪਾਂ ਨੂੰ ਪਤਾ ਆਪਣੇ ਪੇਰੈਂਟਸ ਜੋ ਆਪਣੇ ਲਈ ਕਰ ਰਹੇ ਨੇ ਉਹ ਬਿਲਕੁਲ ਸਹੀ ਹੁੰਦਾ ਵਾ,
ਕਿ ਪੇਰੈਂਟਸ ਕਦੇ ਆਪਣਾ ਬੁਰਾ ਨਹੀਂ ਚਾਹੁੰਦੇ। ਤਾਂ ਉਹਦੇ ਕਰਕੇ ਉਹ ਕਹਿੰਦੇ ਜਦੋਂ ਕਈ ਵਾਰ ਬੱਚੇ ਆਪਣੀ ਗੱਲ ਮਨਵਾ ਲੈਂਦੇ ਹੈ ਉੱਥੇ ਉਹ ਰਿਜ਼ਲਟ ਕੀ ਆਉਂਦੇ ਆ, ਇਨਐਪਰੋਪ੍ਰੀਏਟ। ਲਾਈਕ ਆਪਣੇ ਕੋਲ ਇੱਕ ਕੀ ਹੈ, ਲੀਡਰਸ਼ਿਪ ਇਜ਼ ਸਟੂਡੈਂਟ ਇਨ ਕਿੰਡਰਗਾਰਟਨ ਸਕੂਲ, ਜੋ ਬਿਲਕੁਲ ਪ੍ਰੀ ਨਰਸਰੀ ਆਪਾਂ ਬੋਲ ਦਿੰਦੇ ਹਾਂ, ਹੂ ਆਰ ਲੋ ਟੂ ਡੂ ਅਕੋਰਡਿੰਗ ਟੂ ਦੇਅਰ ਓਨ ਵਿਲ। ਅਗਰ ਉਹਨਾਂ ਨੂੰ ਆਪਾਂ ਆਪਣੇ ਅਕੋਰਡਿੰਗ ਕਵਾਂਗੇ ਤਾਂ ਉਹ ਤਾਂ ਪ੍ਰੋਬਲਮਸ ਹੀ ਕ੍ਰੀਏਟ ਹੋਣਗੀਆਂ, ਪ੍ਰੋਪਰ ਨਹੀਂ ਕਰ ਪਾਉਣਗੇ। ਠੀਕ ਹੈ, ਤੈਨੂੰ ਆਪਾਂ ਕੀ ਬੋਲਦੇ ਹਾਂ, ਲੇਜ਼ੀਜ਼ ਫੇਅਰ, ਮਤਲਬ ਕਿੱਥੇ ਉਹ ਆਪਣੇ ਡਿਸੀਜ਼ਨਸ ਲੈ ਸਕਦੇ ਆ, ਰਿਜ਼ਲਟ ਇਹਦਾ ਜੋ ਮਰਜ਼ੀ ਹੋਵੇ ਗਲਤ ਵੀ ਹੋ ਸਕਦਾ ਵਾ। ਨੈਕਸਟ ਆਪਣੇ ਕੋਲ ਜੋ ਲਾਸਟ ਵਨ ਹੈ ਉਹ ਕੀ ਆਪਣੇ ਕੋਲ ਡੈਮੋਕ੍ਰੈਟਿਕ। ਡੈਮੋਕ੍ਰੈਟਿਕ ਹੁੰਦਾ ਜੋ ਪਬਲਿਕ ਦੀ ਡਿਸੀਜ਼ਨਸ ਜ਼ਿਆਦਾ ਪ੍ਰੈਫਰ ਕੀਤੇ ਜਾਂਦੇ। ਡੈਮੋਕ੍ਰੈਟਿਕ ਲੀਡਰਸ਼ਿਪ ਆਪਣੀ ਇਹਨੂੰ ਆਲਸੋ ਨੋਨ ਐਜ਼ ਪਾਰਟੀਸਪੇਟਿਵ ਲੀਡਰਸ਼ਿਪ। ਪਾਰਟੀਸਪੇਟਿਵ ਲੀਡਰਸ਼ਿਪ ਔਰ ਸ਼ੇਅਰਡ ਲੀਡਰਸ਼ਿਪ, ਜਿਹਦੇ ਵਿੱਚ ਆਪਣੇ ਕੋਲ ਕੀ ਹੈ, ਗਰੁੱਪ ਦੇ ਵਿੱਚ ਲੈਣਗੇ ਤਾਂ ਪਾਰਟੀਸਪੇਟ ਵੀ ਜ਼ਿਆਦਾ ਕਰਨਗੇ, ਜਿਹਦੇ ਕਰਕੇ ਐਵਰੀਵਨ ਇਜ਼ ਗਿਵਨ ਐਪਰਚੁਨਿਟੀ ਟੂ ਪਾਰਟੀਸਪੇਟ ਐਂਡ ਆਈਡੀਆਜ਼ ਐਕਸਚੇਂਜ ਫਰੀਲੀ, ਡਿਸਕਸ਼ਨ ਕਰ ਸਕਦੇ ਨੇ। ਤਾਂ ਉਹ ਕਹਿੰਦੇ ਇਹਦੇ ਵਿੱਚ ਆਪਣਾ ਕਾਫੀ ਜ਼ਿਆਦਾ ਬੈਟਰ ਹੁੰਦਾ ਆਰਗੇਨਾਈਜੇਸ਼ਨ ਦੇ ਲਈ। ਦਿਸ ਟਾਈਪ ਆਫ ਲੀਡਰਸ਼ਿਪ ਕੈਨ ਅਪਲਾਈ to any organization from private business to school to government, private business to school to government, कोई मर्जी अपने को लिए। ਸੋ ਦਿਸ ਵਨ ਆਪਣਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਸੀ, ਸਟਾਈਲਸ ਆਫ ਲੀਡਰਸ਼ਿਪ। ਆਟੋਕ੍ਰੈਟਿਕ ਕੀ ਹੈ ਕਿ ਸਿਰਫ ਔਰ ਸਿਰਫ ਇਹਦੇ ਵਿੱਚ ਰੂਲਸ ਰੈਗੂਲੇਸ਼ਨਸ ਜੋ ਇੱਕ ਮੈਨੇਜਰ ਨੇ ਦੇ ਤੇ ਬਸ ਉਹੀ ਫੋਲੋ ਕੀਤੇ ਜਾਣਗੇ। ਬਟ ਲੇਜ਼ੀਜ਼ ਫੇਅਰ ਦੇ ਵਿੱਚ ਆਪਾਂ ਡਿਸੀਜ਼ਨਸ ਕੁਝ ਲੈ ਸਕਦੇ ਹਾਂ, ਜਿੱਦਾਂ ਆਪਣੇ ਕੋਲ ਐਗਜ਼ਾਮਪਲ ਸੀਗੀ ਕਿ ਕਈ ਵਾਰ ਘਰੇ ਬੱਚੇ ਆਪਣੀ ਮਨਵਾ ਲੈਂਦੇ ਨੇ ਬਟ ਉਹ ਡਿਸੀਜ਼ਨਸ ਗਲਤ ਹੋ ਜਾਂਦੇ ਨੇ। ਔਰ ਡੈਮੋਕ੍ਰੈਟਿਕ ਆਪਣੇ ਕੋਲ ਕੀ ਹੁੰਦੀ ਹੈ, ਜੋ ਡਿਸੀਜ਼ਨਸ ਆਪਾਂ ਇਹਨਾਂ ਨੂੰ ਵੀ ਦਿੰਦੇ ਹੈ, ਮਤਲਬ ਇਹਨਾਂ ਨੂੰ ਵੀ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਡਿਸੀਜ਼ਨਸ ਇਹਨਾਂ ਨੂੰ ਬੋਲ ਸਕਦੇ ਹੋ, ਤੁਸੀਂ ਵੀ ਆਪਦੇ ਆਈਡੀਆਜ਼ ਫਰੀਲੀ ਐਕਸਚੇਂਜ ਕਰ ਸਕਦੇ ਹੋ।